ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਮੀਦ ਹੈ ਤੁਸੀਂ ਅਰਥਾਂ ਸਮੇਤ ਸਹਿਜ ਪਾਠ ਸ਼ੁਰੂ ਕਰ ਦਿੱਤਾ ਹੋਵੇਗਾ। ਇਹ ਵੀ ਉਮੀਦ ਹੈ ਕਿ ਤੁਹਾਡੇ ਪਰਿਵਾਰ ਦਾ ਹਰ ਇੱਕ ਮੈਂਬਰ ਅਰਥਾਂ ਸਮੇਤ ਸਹਿਜ ਪਾਠ ਕਰ ਰਿਹਾ ਹੋਵੇਗਾ। ਇਹ ਵੀ ਉਮੀਦ ਹੈ ਤੁਹਾਡੇ ਬੱਚੇ ਵੀ ਅਰਥਾਂ ਸਮੇਤ ਸਹਿਜ ਪਾਠ ਕਰ ਰਹੇ ਨੇ। ਪਰ ਤੁਹਾਡੇ ਭਰਾ ਦੇ ਪਰਿਵਾਰ ਵਿੱਚ, ਭੈਣਾਂ ਦੇ ਪਰਿਵਾਰਾਂ ਵਿੱਚ, ਤੁਹਾਡੇ ਚਾਚੇ ਤਾਏ ਦੇ ਪਰਿਵਾਰਾਂ ਵਿੱਚ, ਮਾਮੇ ਭੂਆ ਦੇ ਪਰਿਵਾਰਾਂ ਵਿੱਚ, ਨਾਨਕੇ ਦਾਦਕੇ ਕੋਈ ਐਸਾ ਤਾਂ ਨਹੀਂ ਜਿਹੜਾ ਅਰਥਾਂ ਸਮੇਤ ਸਹਿਜ ਪਾਠ ਕਰਨ ਤੋਂ ਰਹਿ ਗਿਆ ਹੋਵੇ। ਮਾਰੋ ਨਜ਼ਰ ਚਾਰ ਚੁਫੇਰੇ, ਤੁਹਾਡੇ ਕਿੰਨੇ ਮਿੱਤਰ ਦੋਸਤ ਨੇ? ਤੁਹਾਡੇ ਹਰ ਮਿੱਤਰ ਦੋਸਤ ਨੇ ਅਰਥਾਂ ਸਮੇਤ ਸਹਿਜ ਪਾਠ ਸ਼ੁਰੂ ਕਰ ਦਿੱਤਾ ਕਿ ਨਹੀਂ? ਤੁਹਾਡੇ ਮਿੱਤਰਾਂ ਦੋਸਤਾਂ ਦੇ ਪਰਿਵਾਰ ਦੇ ਵਿੱਚ ਹਰ ਮੈਂਬਰ ਨੇ, ਹਰ ਬੱਚੇ ਨੇ ਅਰਥਾਂ ਸਮੇਤ ਸਹਿਜ ਪਾਠ ਸ਼ੁਰੂ ਕਰ ਦਿੱਤਾ? ਨਜ਼ਰ ਮਾਰੋ, ਯਤਨ ਕਰੋ, ਹੰਬਲਾ ਮਾਰੋ। ਤੁਹਾਡੇ ਬੱਚਿਆਂ ਦਾ ਕਿੰਨਾ ਪਰਿਵਾਰਾਂ ਦੇ ਬੱਚਿਆਂ ਨਾਲ ਉੱਠਣਾ ਬੈਠਣਾ ਹੈ? ਅਗਰ ਉਹ ਬੱਚੇ ਵੀ ਅਰਥਾਂ ਸਮੇਤ ਸਹਿਜ ਪਾਠ ਕਰਨ ਲੱਗ ਜਾਣਗੇ ਤਾਂ ਸਾਰੇ ਬੱਚਿਆਂ ਦਾ ਇੱਕ ਦੂਸਰੇ ਨੂੰ ਹੁਲਾਰਾ ਮਿਲੇਗਾ। ਮਾਰੋ ਝਾਤੀ ਚਾਰ ਚੁਫੇਰੇ, ਕਰੋ ਯਤਨ। ਖੁਦ ਅਰਥਾਂ ਸਮੇਤ ਸਹਿਜ ਪਾਠ ਕਰੋ ਦੀ ਲਹਿਰ ਘਰ ਘਰ ਤੱਕ ਪਹੁੰਚਾਉਣੀ ਹੈ। ਹਰ ਗੁਰਸਿੱਖ ਦਾ ਫਰਜ਼ ਹੈ, ਹਰ ਇੱਕ ਨੇ ਯਤਨ ਕਰਨਾ ਹੈ। ਕੋਸ਼ਿਸ਼ ਕਰੋ ਕੋਈ ਵੀ ਵਾਂਝਾ ਨਾ ਰਹਿ ਸਕੇ। ਇਹ ਆਵਾਜ਼ ਖੁਦ ਅਰਥਾਂ ਸਮੇਤ ਸਹਿਜ ਕਰੋ, ਖੁਦ ਅਰਥਾਂ ਸਮੇਤ ਸਹਿਜ ਪਾਠ ਕਰੋ ਦੀ ਲਹਿਰ ਇੱਕ ਗੁਰੂ ਦੀ ਲਹਿਰ ਹੈ, ਇੱਕ ਕੌਮ ਦੀ ਲਹਿਰ ਹੈ। ਗੁਰੂ ਪੰਥ ਇੱਕ ਪਰਿਵਾਰ ਹੈ, ਗੁਰੂ ਕਲਗੀਧਰ ਪਾਤਸ਼ਾਹ ਦਾ ਪਰਿਵਾਰ ਹੈ। ਸਾਰੇ ਯਤਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਦੀਦਾਰ ਕਰੀਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 215 ਤੇ ਅੰਕਿਤ ਗੁਰੂ ਪਾਤਸ਼ਾਹ ਦੇ ਬਚਨ। ਗੌੜੀ ਮਾਲਾ ਮਹੱਲਾ ਪੰਜਵਾਂ। ਗੌੜੀ ਰਾਗ ਹੈ, ਮਾਲਾ ਕਿਸਮ ਹੈ ਗੌੜੀ ਦੀ। ਪੰਜਵੇਂ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ। ਪਾਇਆ ਲਾਲ ਰਤਨ ਮਨ ਪਾਇਆ। ਬੜਾ ਹੀ ਕੀਮਤੀ ਗਿਆਨ ਦਾ ਰਤਨ, ਗੁਰ ਕਾ ਸ਼ਬਦ ਰਤਨ ਹੈ। ਰੱਬੀ ਉਪਦੇਸ਼ ਰਤਨ ਹੈ, ਬਹੁਤ ਕੀਮਤੀ ਹੈ ਲਾਲ। ਮਨ ਨੂੰ ਜਦੋਂ ਪ੍ਰਾਪਤ ਹੋਇਆ, ਭਾਵ ਮਨ ਨੂੰ ਚੰਗਾ ਲੱਗਣ ਲੱਗਿਆ, ਮਨ ਅੰਦਰ ਮੰਨਣ ਦੀ ਭਾਵਨਾ ਆ ਗਈ। ਤਨ ਸ਼ੀਤਲ ਮਨ ਸ਼ੀਤਲ ਥੀਆ, ਸਤਿਗੁਰ ਸ਼ਬਦ ਬੁਝਾਇਆ ਰਹਾਉ। ਸਤਿਗੁਰ ਸਰੂਪ ਨੇ ਗੁਰੂ ਦੇ ਉਪਦੇਸ਼ ਦੀ ਸੋਝੀ ਦਿੱਤੀ ਤੇ ਗੁਰੂ ਉਪਦੇਸ਼ ਦੀ ਸੋਝੀ ਵਿੱਚ ਇਹ ਮਨ ਸ਼ੀਤਲ ਹੋ ਗਿਆ, ਵਿਕਾਰਾਂ ਦੀ ਤਪਸ਼ ਤੋਂ ਬਚ ਗਿਆ। ਮਨ ਸ਼ੀਤਲ ਹੋ ਗਿਆ, ਵਿਕਾਰੀ ਪਾਸੇ ਜਾਣ ਦੀ ਬਜਾਏ ਰੱਬੀ ਮਾਰਗ ਤੇ ਪਰਉਪਕਾਰ ਦੇ ਮਾਰਗ ਤੇ ਤੁਰ ਪਿਆ। ਇਹ ਸ਼ਬਦ ਦਾ ਰਹਾਉ ਪਦਾ ਹੈ, ਸੈਂਟਰਲ ਆਈਡੀਆ। ਲਾਥੀ ਭੂਖ ਤ੍ਰਿਸ਼ਨ ਸਭ ਲਾਥੀ, ਚਿੰਤਾ ਸਗਲ ਵਿਸਾਰੀ। ਦੁਨਿਆਵੀ ਪ੍ਰਾਪਤੀਆਂ ਪਿੱਛੇ ਤਰਲੋ ਮੱਛੀ ਹੋਣਾ, ਉਹ ਤ੍ਰਿਸ਼ਨਾ ਲੋਭ ਦੀ ਭੁੱਖ ਲੱਥ ਗਈ। ਸਬਰ ਸੰਤੋਖ ਆ ਗਿਆ। ਉਹ ਛੋਟੀਆਂ ਗੱਲਾਂ ਤੇ ਚਿੰਤਾਵਾਂ ਦੀ ਜਿਹੜੀ ਪੰਡ ਸੀ, ਜਿਵੇਂ ਅੱਗ ਲੱਗ ਰਹੀ ਸੀ ਚਿੰਤਾਵਾਂ ਦੀ, ਔਖਲੇ, ਉਹ ਚਿੰਤਾ ਵੀ ਲੱਥ ਗਈ। ਚਿੰਤਾ ਸਗਲ ਵਿਸਾਰੀ, ਸਾਰੀ ਵਿਸਾਰ ਦਿੱਤੀ। ਕਰ ਮਸਤਕ ਗੁਰ ਪੂਰੈ ਧਰਿਓ, ਮਨ ਜੀਤੋ ਜਗ ਸਾਰੀ। ਅੱਖਰੀ ਅਰਥ ਬਣਦੇ ਨੇ, ਗੁਰੂ ਨੇ ਮਿਹਰ ਭਰਿਆ ਹਸਤ ਕਮਲ ਮੱਥੇ ਤੇ ਰੱਖ ਦਿੱਤਾ। ਪਰ ਜਦੋਂ ਤੁਸੀਂ ਸ਼ਬਦਾਂ ਨੂੰ ਵਿਚਾਰੋਗੇ, ਗੁਰ ਸਰੂਪ ਨੇ, ਗੁਰੂ ਦੇ ਉਪਦੇਸ਼ ਨੇ, ਗੁਰੂ ਵਾਲੀ ਜੋ ਸੋਚ ਹੈ, ਗੁਰੂ ਵਾਲਾ ਜੋ ਨਜ਼ਰੀਆ ਹੈ, ਉਹ ਨਜ਼ਰੀਆ ਸੋਚ ਵਿੱਚ ਬਖਸ਼ ਦਿੱਤਾ। ਉਹਨੂੰ ਕਹਿੰਦੇ ਨੇ ਮਸਤਕ ਤੇ ਹੱਥ ਧਰਨਾ। ਜਿਸ ਤਰੀਕੇ ਨਾਲ ਗੁਰੂ ਸਾਹਿਬ ਦੇਖਦੇ ਨੇ ਜ਼ਿੰਦਗੀ ਕਿਵੇਂ ਹੈ,
ਦੁਨਿਆਵੀ ਪ੍ਰਾਪਤੀਆਂ ਨੂੰ ਗੁਰੂ ਸਾਹਿਬ ਕਿਸ ਨਜ਼ਰੀਏ ਨਾਲ ਦੇਖ ਰਹੇ ਨੇ। ਉਹ ਨਜ਼ਰੀਆ ਜਦੋਂ ਆ ਗਿਆ, ਸਮਝ ਲਓ ਗੁਰੂ ਨੇ ਹਸਤ ਕਮਲ ਰੱਖ ਦਿੱਤਾ ਮੱਥੇ ਤੇ। ਗੁਰ ਸਰੂਪ ਨੇ ਉਪਦੇਸ਼ ਵਾਲੀ ਸੋਚ ਬਣਾ ਦਿੱਤੀ। ਮਨ ਜੀਤੋ ਜਗ ਸਾਰੀ, ਜ਼ਿੰਦਗੀ ਦੀ ਬਾਜੀ, ਜਗਤ ਦੇ ਵਿੱਚ ਜੀਵਨ ਜਿਉਣਾ, ਇਹ ਬਾਜੀ ਜਿੱਤ ਲਈ। ਭਾਵ ਜੀਵਨ ਸਫਲ ਹੋ ਗਿਆ। ਤ੍ਰਿਪਤ ਅਗਾਏ ਰਹੇ ਰਿਦ ਅੰਤਰ, ਡੋਲਣ ਤੇ ਅਬ ਚੁੱਕੇ। ਮਨ ਸਬਰ ਸੰਤੋਖ ਵਿੱਚ ਆ ਗਿਆ, ਤ੍ਰਿਪਤ ਅਗਾਏ। ਇਹਨੂੰ ਗੁਰੂ ਦਾ ਮਾਰਗ ਚੰਗਾ ਲੱਗਣ ਲੱਗ ਪਿਆ। ਦੁਨਿਆਵੀ ਮਾਰਗਾਂ ਵਾਲੇ ਪਾਸੇ ਦੀ ਖਿੱਚ ਬੰਦ ਹੋ ਗਈ। ਅੰਦਰੋਂ ਜਿਹੜਾ ਡੋਲ ਰਿਹਾ ਸੀ ਨਾ, ਛੋਟੀ ਛੋਟੀ ਗੱਲ ਤੇ ਛੋਟੇ ਛੋਟੇ ਫਿਕਰਾਂ ਵਿੱਚ, ਚਿੰਤਾਵਾਂ ਵਿੱਚ ਡੋਲਦਾ ਸੀ, ਉਹ ਡੋਲਣਾ ਇਹਦਾ ਬੰਦ ਹੋ ਗਿਆ। ਡੋਲਣ ਤੇ ਅਬ ਚੁੱਕੇ। ਉਸ ਦਿਸ਼ਾ ਦੀ ਬਜਾਏ ਮਨ ਦੀ ਦਿਸ਼ਾ, ਮਾਈਂਡ ਡਾਇਰੈਕਸ਼ਨ ਰੱਬੀ ਮਾਰਗ ਤੇ ਤੁਰ ਪਈ। ਗੁਣਾਂ ਦਾ ਖਜ਼ਾਨਾ ਵਾਹਿਗੁਰੂ ਜੀ ਨੇ ਦੇ ਦਿੱਤਾ। ਗੁਰੂ ਸਾਹਿਬ ਦੇ ਉਪਦੇਸ਼ ਰਾਹੀਂ ਸੋਝੀ ਗਿਆਨ ਦਾ ਖਜ਼ਾਨਾ ਮਿਲ ਗਿਆ। ਉਹ ਜਿਹੜਾ ਖਜ਼ਾਨਾ ਹੈ, ਅਖੁੱਟ ਖਜ਼ਾਨਾ ਸਤਿਗੁਰ ਦੀਆ, ਟੋਟ ਨਹੀਂ ਰੇ ਮੁਕੇ। ਉਹ ਅਖੁੱਟ ਹੈ, ਘਟਦਾ ਨਹੀਂ, ਸਗੋਂ ਵੰਡਣ ਦੇ ਨਾਲ ਵੱਧਦਾ ਹੈ। ਉਹਦੇ 'ਚ ਤੋਟ ਨਹੀਂ ਆਉਂਦੀ ਤੇ ਨਾ ਉਹ ਮੁੱਕਦਾ ਹੈ। ਦਿੱਤਾ ਕੀ ਨੇ? ਸਤਿਗੁਰ ਸਰੂਪ ਨੇ। ਇਸ ਲਈ ਇਹ ਯਾਦ ਰੱਖਿਓ, ਜਿੱਥੇ ਜਿੱਥੇ ਸਤਿਗੁਰ ਸ਼ਬਦ ਆਉਂਦਾ ਨਾ, ਗੁਰੂ ਸਾਹਿਬ ਕਹਿ ਕੀ ਰਹੇ ਨੇ, ਉਹ ਜਿਹੜੀ ਆਵਾਜ਼ ਹੈ ਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ, ਉਹ ਸਤਿਗੁਰ ਸਰੂਪ ਹੈ। ਉਹ ਰੱਬ ਦੀ ਆਵਾਜ਼ ਹੈ, ਬ੍ਰਹਮ ਦੀ ਬਾਣੀ ਹੈ। ਅਚਰਜ ਏਕ ਸੁਨੋ ਰੇ ਭਾਈ, ਗੁਰ ਐਸੀ ਬੂਝ ਬੁਝਾਈ। ਸਤਿਗੁਰੂ ਕਹਿੰਦੇ ਇੱਕ ਹੋਰ ਕੌਤਕ ਦੇਖੋ, ਸੁਣੋ। ਇੱਕ ਹੋਰ ਕੌਤਕ ਵਾਪਰਿਆ। ਅਚਰਜ ਹੈ ਭਾਈ ਗੁਰਸਿੱਖੋ, ਇੱਕ ਹੋਰ ਕੌਤਕ ਵਾਪਰਿਆ। ਗੁਰ ਸਰੂਪ ਨੇ ਮੈਨੂੰ ਸੋਝੀ ਦਿੱਤੀ, ਗੁਰ ਐਸੀ ਬੂਝ ਬੁਝਾਈ। ਜਿਉਂ ਜਿਉਂ ਅਸੀਂ ਗੁਰੂ ਸਾਹਿਬ ਦੇ ਉਪਦੇਸ਼, ਪਹਿਲਾਂ ਅਰਥ ਸਮਝਦੇ ਹਾਂ ਬਾਣੀ ਦੇ, ਫਿਰ ਉਪਦੇਸ਼ ਦੀ ਸਮਝ ਆਉਂਦੀ ਹੈ, ਫਿਰ ਕਹਾਵਤਾਂ, ਰਮਜ਼ਾਂ ਸਮਝ ਆਉਂਦੀਆਂ ਨੇ, ਉਹਦੇ 'ਚੋਂ ਸੋਝੀ ਮਿਲਦੀ ਹੈ। ਉਹਨੂੰ ਬੂਝ ਬੁਝਾਈ ਕਿਹਾ, ਸੋਝੀ ਦੇ ਦਿੱਤੀ ਗੁਰ ਸਰੂਪ ਨੇ। ਉਹ ਸੋਝੀ ਕਿਹੜੀ? ਲਾਹੇ ਪਰਦਾ ਠਾਕੁਰ ਜੋ ਭੇਟਿਓ, ਤਾਂ ਬਿਸਰੀ ਤਾਤ ਪਰਾਈ। ਇੱਕ ਤਾਂ ਜ਼ਿੰਦਗੀ ਦਾ ਅਸਲੀ ਭੇਦ ਸਮਝ ਆ ਗਿਆ ਤੇ ਭਰਮ ਦਾ ਪਰਦਾ ਦੂਰ ਹੋ ਗਿਆ। ਪਹਿਲਾਂ ਦੁਨੀਆ ਦੀਆਂ ਪ੍ਰਾਪਤੀਆਂ ਨੂੰ ਬਹੁਤ ਵੱਡੀਆਂ ਪ੍ਰਾਪਤੀਆਂ ਮੰਨਦਾ ਸੀ ਇਹ ਮਨ, ਤੇ ਗੁਰੂ ਦੇ ਮਾਰਗ ਨੂੰ ਸੋਚਦਾ ਸੀ, ਮੈਂ ਤੁਰਾਂ, ਚੱਲ ਨਾ ਤੁਰਾਂ, ਚੱਲ ਨਹੀਂ ਵੀ ਤੁਰਿਆ ਗਿਆ ਤਾਂ ਕੀ ਹੋ ਗਿਆ। ਗੁਰੂ ਦੇ ਮਾਰਗ ਨੂੰ ਲੇਟ ਤੇ ਲੇਟ ਪਾਈ ਜਾਂਦਾ ਸੀ। ਦੁਨਿਆਵੀ ਪ੍ਰਾਪਤੀਆਂ ਵਾਲੇ ਪਾਸੇ ਪੂਰੀ ਖਿੱਚ ਸੀ, ਆਪਾਂ ਵਾਰੀ ਜਾ ਰਿਹਾ ਸੀ। ਭਰਮ ਦਾ ਪਰਦਾ ਟੁੱਟ ਗਿਆ, ਅਸਲੀ ਪ੍ਰਾਪਤੀਆਂ, ਅਸਲੀ ਮਾਰਗ ਸਮਝ ਆ ਗਿਆ। ਤੇ ਦੂਸਰਾ ਜਿਹੜਾ ਕਿਹਾ ਨਾ, ਏਕ ਅਚਰਜ ਏਕ ਸੁਨੋ ਰੇ ਭਾਈ, ਸੁਣੋ ਭਾਈ, ਸਤਿਗੁਰੂ ਜੀ ਨੇ ਸੋਝੀ ਦਿੱਤੀ। ਕੌਤਕ ਵਾਪਰਿਆ, ਉਹ ਕਿਹੜਾ? ਤਾਂ ਬਿਸਰੀ ਤਾਤ ਪਰਾਈ। ਤਾਤ ਦੇ ਦੋ ਰੂਪ ਹੁੰਦੇ ਨੇ। ਕਿਸੇ ਦੀਆਂ ਤਰੱਕੀਆਂ ਦੇਖ ਕੇ ਸੜ ਜਾਣਾ, ਉਹਨੂੰ ਜੈਲਸ ਕਹਿੰਦੇ ਹਨ, ਈਰਖਾ, ਸਾੜਾ। ਤੇ ਤਾਤ ਦਾ ਦੂਸਰਾ ਰੂਪ ਹੈ, ਕਿਸੇ ਦੀਆਂ ਕਮਜ਼ੋਰੀਆਂ, ਔਗਣਾਂ ਨੂੰ ਫੋਕਸ ਕਰਕੇ ਨਫ਼ਰਤ ਪੈਦਾ ਹੋ ਜਾਣੀ। ਦੋਨੋਂ ਹੀ ਸਾੜਾ ਹੈ। ਇਹ ਅੰਦਰੋਂ ਗੁਣਾਂ ਨੂੰ ਸਾੜ ਦਿੰਦੇ ਨੇ। ਇਹ ਦੋਨੋਂ ਚੀਜ਼ਾਂ ਬਖਸ਼ਾਂ ਨੂੰ ਸਾੜ ਦਿੰਦੀਆਂ ਨੇ। ਸਤਿਗੁਰੂ ਕਹਿੰਦੇ ਦੇਖੋ ਕੌਤਕ ਭਾਈ, ਮੇਰੇ ਅੰਦਰੋਂ ਇਹ ਤਾਤ ਬਿਰਤੀ ਖਤਮ ਹੋ ਗਈ। ਆਖੋ ਵਾਹਿਗੁਰੂ। ਆਹਾ। ਘਰਾਂ ਦੇ ਵਿੱਚ ਰਿਸ਼ਤੇ, ਚਾਹੇ ਉਹ ਪਰਿਵਾਰ ਦੇ ਅੰਦਰ ਹੈ, ਚਾਹੇ ਸ਼ਰੀਕੇ ਵਿੱਚ ਨੇ, ਰਿਸ਼ਤੇਦਾਰੀਆਂ 'ਚ ਨੇ, ਜਾਂ ਤਾਂ ਜੈਲਸ ਦੀ ਭਾਵਨਾ ਨਾਲ ਸੜਦੇ ਨੇ, ਰਿਸ਼ਤੇ ਟੁੱਟਦੇ ਨੇ, ਜਾਂ ਨਫ਼ਰਤ ਨਾਲ ਟੁੱਟਦੇ ਨੇ। ਇੱਕ ਹੋਰ ਕਮਾਲ ਦੀ ਬਾਤ, ਪਰਿਵਾਰ ਦੇ ਮੈਂਬਰਾਂ ਦਾ ਪੂਰਾ ਗੂੜਾ ਪਿਆਰ ਹੈ, ਇੱਕ ਦੂਸਰੇ ਦੀਆਂ ਭਾਵਨਾਵਾਂ ਨੂੰ ਸਮਝਦੇ ਨੇ, ਬੜੀ ਗੂੜੀ ਸਾਂਝ ਹੈ, ਰਲ ਮਿਲ ਕੇ ਚੱਲਦੇ ਨੇ। ਘਰ ਦੇ ਕਿਸੇ ਇੱਕ ਮੈਂਬਰ ਨੂੰ ਜਾਂ ਤਾਂ ਜੈਲਸ ਹੋ ਗਈ ਜਾਂ ਨਫ਼ਰਤ ਹੋ ਗਈ, ਸਾਰੇ ਰਿਸ਼ਤੇ ਤੋੜ ਕੇ ਰੱਖ ਦੇਗਾ। ਇਸ ਲਈ ਇਹ ਬੜੀ ਵੱਡੀ ਇੱਕ ਖੇਡ ਹੁੰਦੀ ਹੈ ਕਿ ਪਰਿਵਾਰ ਇਕੱਠਾ ਗਰੋਅ ਅਪ ਹੋ ਰਿਹਾ ਹੁੰਦਾ ਹੈ, ਬੇਟਾ ਵਿਆਹਿਆ ਜਾਂਦਾ ਹੈ, ਨੂੰਹ ਆ ਜਾਂਦੀ ਹੈ। ਅਗਰ ਨੂੰਹ ਸਿਆਣੀ ਹੈ, ਪਰਉਪਕਾਰੀ ਹੈ, ਵੱਡੇ ਜ਼ਿਗਰੇ ਵਾਲੀ ਹੈ,
ਚੰਗੇ ਕਲਚਰ 'ਚੋਂ ਆਈ ਹੈ ਤਾਂ ਉਹ ਘਰ ਨੂੰ ਬੰਨ੍ਹ ਕੇ ਰੱਖੇਗੀ। ਅਗਰ ਉਹ ਚੰਗੇ ਕਲਚਰ 'ਚੋਂ ਨਹੀਂ, ਸੋਚ ਚੰਗੀ ਨਹੀਂ, ਅੰਦਰ ਛੋਟੀਆਂ-ਛੋਟੀਆਂ ਗੱਲਾਂ 'ਤੇ ਦੂਸਰਿਆਂ ਤੋਂ ਜੈਲਸ ਹੋਣਾ, ਦੂਸਰਿਆਂ ਦੀ ਨਿੰਦਾ ਕਰਨੀ, ਨਫ਼ਰਤ ਦੀ ਭਾਵਨਾ, ਉਹਦੇ ਨਫ਼ਰਤ ਤੇ ਜੈਲਸ ਦੇ ਵਿੱਚ ਸਾਰੇ ਪਰਿਵਾਰ ਦੇ ਰਿਸ਼ਤੇ ਸੜ ਜਾਣਗੇ, ਪਰਿਵਾਰ ਖੇਰੂ-ਖੇਰੂ ਹੋ ਜਾਏਗਾ। ਇੱਕ ਹੋਰ ਵਾਪਰਦੀ ਹੈ, ਤਕਰੀਬਨ ਵਿਦੇਸ਼ਾਂ ਵਿੱਚ ਵਾਪਰਦੀ ਹੈ। ਕੋਈ ਬੇਟਾ ਜਾਂ ਬੇਟੀ ਵਿਆਹ ਕਰਵਾਉਂਦੇ ਨੇ, ਉਸ ਤੋਂ ਬਾਅਦ ਆਪਣੇ ਮਾਂ-ਬਾਪ ਨੂੰ ਸੱਦਦੇ ਨੇ। ਅਗਰ ਮਾਤਾ-ਪਿਤਾ ਵਿੱਚੋਂ ਵੀ ਕਿਸੇ ਸੱਸ ਜਾਂ ਸਹੁਰੇ ਨੂੰ ਨੂੰਹ ਪ੍ਰਤੀ ਜਾਂ ਜੈਲਸ ਹੋ ਗਈ ਜਾਂ ਨਫ਼ਰਤ ਹੋ ਗਈ ਤਾਂ ਰਿਸ਼ਤੇ ਖੇਰੂ-ਖੇਰੂ ਹੋ ਜਾਣਗੇ ਆਖੋ। ਕਿਉਂਕਿ ਇਹਦੇ 'ਚ ਪਿਆਰ ਸੜ ਜਾਂਦਾ ਹੈ, ਇਹਦੇ 'ਚ ਗੁਣ ਸੜ ਜਾਂਦੇ ਨੇ। ਇਸ ਲਈ ਗੁਰੂ ਸਾਹਿਬ ਜੀ ਦੇ ਉਪਦੇਸ਼ ਨੂੰ ਸਮਝਦਿਆਂ, ਗੁਰੂ ਸਾਹਿਬ ਦੇ ਨਜ਼ਰੀਏ ਨੂੰ ਸਮਝ ਲਈਏ ਤਾਂ ਸੋਚ ਵੱਡੀ ਹੋਏਗੀ, ਸੁਭਾਅ ਵੱਡਾ ਹੋਏਗਾ। ਨਹੀਂ ਤੇ ਇਹ ਨਫ਼ਰਤ, ਜੈਲਸ, ਇਹ ਭਾਵਨਾਵਾਂ ਬਹੁਤ ਵੱਡਾ ਨੁਕਸਾਨ ਕਰ ਰਹੀਆਂ ਨੇ। ਨਫ਼ਰਤ ਜਿਸ ਦੇਸ਼ ਵਿੱਚ ਫੈਲਦੀ ਹੈ, ਉਸ ਦੇਸ਼ ਦੇ ਵਿੱਚ ਸਿਵਲ ਵਾਰ, ਦੰਗੇ ਭੜਕ ਜਾਂਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਸਭ ਤੋਂ ਵੱਡਾ ਕੌਤਕ ਗੁਰੂ ਦੇ ਉਪਦੇਸ਼ਾਂ ਨੇ ਐਸੀ ਸੋਝੀ ਦਿੱਤੀ। ਜਦੋਂ ਠਾਕੁਰ ਦਾ ਮਿਲਾਪ ਹੋਇਆ, ਵਾਹਿਗੁਰੂ ਜੀ ਦਾ ਮਿਲਾਪ ਹੋਇਆ, ਅੰਦਰੋਂ ਭਰਮ ਦਾ ਪਰਦਾ ਦੂਰ ਹੋ ਗਿਆ। ਲਾਹੇ ਪੜਦਾ ਠਾਕੁਰ ਜੋ ਭੇਟਿਓ, ਵਾਹਿਗੁਰੂ ਜੀ ਦੇ ਮਿਲਾਪ ਦੇ ਨਾਲ ਠਾਕੁਰ ਜੋ ਭੇਟਿਓ, ਵਾਹਿਗੁਰੂ ਜੀ ਦਾ ਮਿਲਾਪ। ਭਰਮ ਦਾ ਪਰਦਾ ਦੂਰ ਹੋਇਆ, ਵਿਸਰੀ ਤਾਤ ਪਰਾਈ, ਇਹ ਪਰਾਈ ਤਾਤ ਖਤਮ ਹੋ ਗਈ। ਇਹ ਗੱਲ ਯਾਦ ਰੱਖਿਓ, ਪਰਾਈ ਤਾਤ ਵਿੱਚੋਂ ਹੀ ਨਿੰਦਾ ਨਿਕਲਦੀ ਹੈ, ਜੈਲਸ ਦੇ ਵਿੱਚੋਂ, ਤੇ ਪਰਾਈ ਤਾਤ ਵਿੱਚੋਂ ਹੀ ਇਹ ਨਿੰਦਾ ਵੱਧਦੀ ਹੈ, ਨਫ਼ਰਤ ਵਿੱਚੋਂ। ਇਹਦੇ 'ਚੋਂ ਸਿੱਧਾ ਅਸਰ ਰਿਸ਼ਤਿਆਂ 'ਤੇ ਪੈਂਦਾ ਹੈ, ਇਹ ਰਿਸ਼ਤਿਆਂ ਨੂੰ ਸਾੜਦਾ ਹੈ। ਕਹਿਓ ਨਾ ਜਾਈ ਇਹ ਅਚੰਭਵ, ਜੋ ਜਾਣ ਸੋ ਜਾਣੈ ਜਿਨ ਚਾਖਿਆ। ਸਤਿਗੁਰੂ ਕਹਿੰਦੇ ਇਹ ਜਿਹੜਾ ਅਚਰਜ ਕੌਤਕ ਹੈ ਨਾ, ਅਚੰਭਾ, ਭਾਈ ਇਹ ਵਿਆਖਿਆ ਨਹੀਂ ਕੀਤਾ ਜਾ ਸਕਦਾ। ਜਿਨ੍ਹਾਂ ਨੇ ਇਸ ਤੋਂ ਬਚ ਕੇ ਜੀਵਨ ਜਿਉਂ ਕੇ ਦੇਖ ਲਿਆ, ਸਵਾਦ ਨੂੰ ਚੱਖ ਲਿਆ, ਉਹੀ ਜਾਣਦੇ ਨੇ ਆਖੋ ਵਾਹਿਗੁਰੂ। ਜੈਲਸ ਹੋ ਕੇ ਕਿਸੇ ਦੀ ਨਿੰਦਾ ਕਰਨੀ ਬਹੁਤ ਸੌਖੀ ਹੁੰਦੀ ਹੈ। ਕੋਈ ਸਾਡੇ ਤੋਂ ਜੈਲਸ ਹੋਇਆ ਹੋਵੇ, ਉਹਦੇ ਬਾਵਜੂਦ ਵੀ ਉਹ ਸਾਡੀ ਨਿੰਦਾ ਕਰਦਾ ਹੋਵੇ ਤੇ ਇਹ ਪਤਾ ਲੱਗਣ ਤੇ ਵੀ ਉਹ ਨਿੰਦਾ ਕਰ ਰਿਹਾ ਹੈ, ਆਪਣੇ ਆਪ ਨੂੰ ਸੰਭਾਲਣਾ ਗੁਰੂ ਦੇ ਉਪਦੇਸ਼ ਬਿਨਾਂ ਨਹੀਂ ਹੋ ਸਕਦਾ। ਕਿਸੇ ਨਾਲ ਨਫ਼ਰਤ ਕਰਨੀ ਬੜੀ ਸੌਖੀ ਹੈ। ਜਦੋਂ ਕੋਈ ਨਫ਼ਰਤ ਕਰਕੇ ਰਾਹ ਵਿੱਚ ਰੁਕਾਵਟਾਂ ਖੜੀਆਂ ਕਰੇ, ਆਪਣੇ ਆਪ ਨੂੰ ਨਫ਼ਰਤ ਤੋਂ ਬਚਣਾ ਗੁਰੂ ਉਪਦੇਸ਼ ਤੋਂ ਬਿਨਾਂ ਨਹੀਂ ਹੋ ਸਕਦਾ। ਇਸ ਲਈ ਇਹ ਅਚੰਭਾ ਭਾਈ ਜਿਨ੍ਹਾਂ ਚੱਖਿਆ ਉਹੀ ਜਾਣਦੇ ਨੇ। ਕਹੋ ਨਾਨਕ ਸੱਚ ਭਏ ਵਿਗਾਸਾ, ਗੁਰ ਨਿਧਾਨ ਹਿਰਦੈ ਲੈ ਰਾਖਿਆ। ਨਾਨਕ ਜੀ ਆਖ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨਾਨਕ ਸ਼ਬਦ ਵਰਤ ਕੇ ਕਹਿ ਰਹੇ ਨੇ, ਭਾਈ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚੋਂ ਗੁਰ ਸਰੂਪ ਨੂੰ ਸਮਝਣ ਦਾ ਯਤਨ ਕੀਤਾ, ਸੁਣਨ ਦਾ ਯਤਨ ਕੀਤਾ, ਮੰਨਣ ਦਾ ਯਤਨ ਕੀਤਾ, ਉਹਨਾਂ ਦੇ ਅੰਦਰ ਸੋਝੀ ਦਾ ਜੋ ਖਜ਼ਾਨਾ ਹੈ ਉਹ ਹਿਰਦੇ ਵਿੱਚ ਰੱਖਿਆ ਗਿਆ ਆਖੋ ਵਾਹਿਗੁਰੂ। ਤੇ ਸੱਚ ਦੇ ਮਾਰਗ ਦੀ ਸੋਝੀ ਦਾ ਪ੍ਰਕਾਸ਼ ਵੀ ਹੋ ਗਿਆ, ਖੇੜਾ ਆਨੰਦ ਵੀ ਹੋ ਗਿਆ, ਬਿਗਾਸਾ ਖਿੜ ਗਿਆ ਹਿਰਦਾ। ਇਹ ਉਪਦੇਸ਼ ਹੈ, ਅਸੀਂ ਵੀ ਗੁਰੂ ਦੀ ਬਾਣੀ ਤੋਂ ਸੁਭਾਅ ਨੂੰ ਬਦਲਣਾ ਹੈ, ਗੁਰੂ ਦੀ ਬਾਣੀ ਤੋਂ ਸਿੱਖ ਕੇ ਸੋਚ ਬਦਲਣੀ ਹੈ। ਗੌੜੀ ਮਾਲਾ ਮਹੱਲਾ ਪੰਜਵਾਂ, ਅਗਲਾ ਸ਼ਬਦ ਗੌੜੀ ਰਾਗ ਦਾ, ਮਾਲਾ ਕਿਸਮ ਹੈ ਗੌੜੀ ਦੀ, ਪੰਜਮ ਪਾਤਸ਼ਾਹ ਦਾ ਸ਼ਬਦ ਹੈ। ਉਬਰਤ ਰਾਜਾ ਰਾਮ ਕੀ ਸ਼ਰਣੀ। ਭਾਈ ਇਹ ਜਿਹੜੀਆਂ ਸੁਭਾਵਿਕ ਕਮਜ਼ੋਰੀਆਂ ਨੇ, ਸੋਚ ਵਿੱਚ ਕਮਜ਼ੋਰੀਆਂ ਨੇ, ਇਹ ਤੋਂ ਬਚਣ ਦਾ ਤਰੀਕਾ ਹੈ ਰੱਬ ਦੀ ਸ਼ਰਨ ਪੈਣਾ। ਉਹਦਾ ਰਾਜ ਚੱਲਦਾ ਹੈ, ਰਾਜਾ ਰਾਮ, ਵਾਹਿਗੁਰੂ ਜੀ ਦਾ ਨਿਜ਼ਮ ਚੱਲਦਾ ਹੈ, ਉਹਨੂੰ ਸਮਰਪਿਤ ਹੋਣਾ ਹੈ, ਆਪਾ ਵਾਰ ਕੇ ਜੀਵਨ ਜਿਉਣਾ ਹੈ ਰੱਬੀ ਮਾਰਗ ਤੇ। ਸਰਬ ਲੋਕ ਮਾਇਆ ਕੇ ਮੰਡਲ
ਗਿਰ ਗਿਰ ਪਰਤੇ ਧਰਨੀ ਰਹਾਓ ਸੈਂਟਰਲ ਆਈਡੀਆ ਹੈ। ਸਤਿਗੁਰੂ ਕਹਿੰਦੇ ਸਾਰੇ ਲੋਕ, ਸਰਬ ਲੋਕ, ਸਾਰੇ ਹੀ ਲੋਕ ਇਸ ਸੁਭਾਅ ਦੇ ਵਿੱਚ ਬੈਠੀ ਹੋਈ ਜਿਹੜੀ ਖਿੱਚ ਹੈ, ਨਿੰਦਾ ਕਰਨ ਦੀ ਖਿੱਚ, ਜੈਲਸ ਹੋਣ ਦੀ ਖਿੱਚ। ਕਮਾਲ ਦੀ ਬਾਤ ਇਹ ਹੈ ਕਿ ਜਿਹੜਾ ਮਨੁੱਖ ਦੂਸਰੇ ਦੀਆਂ ਤਰੱਕੀਆਂ ਤੋਂ ਜੈਲਸ ਹੁੰਦਾ ਹੈ, ਉਹਨੂੰ ਪਤਾ ਹੀ ਨਹੀਂ ਹੁੰਦਾ ਕਿ ਮੈਂ ਜੈਲਸ ਹੋ ਗਿਆ। ਦੂਸਰੀ ਬਾਤ, ਇਹ ਬਿਮਾਰੀ ਐਡੀ ਭੈੜੀ ਹੈ, ਆਪਣੇ ਹੀ ਪਰਿਵਾਰਕ ਮੈਂਬਰਾਂ ਦੀਆਂ ਤਰੱਕੀਆਂ ਨੂੰ ਦੇਖ ਦੇਖ ਅੰਦਰੋਂ ਸੜੀ ਜਾਣਾ, ਪਰ ਉਹਨੂੰ ਆਪ ਨੂੰ ਨਹੀਂ ਪਤਾ ਹੁੰਦਾ ਮੈਂ ਅੰਦਰੋਂ ਸੜ ਰਿਹਾ ਜਾਂ ਸੜ ਰਹੀ। ਇਸ ਲਈ ਜੋ ਜੁਆਇੰਟ ਫੈਮਿਲੀਜ਼ ਹੁੰਦੀਆਂ ਨੇ, ਉਹਦੇ ਵਿੱਚ ਬਹੁਤ ਵੱਡਾ ਇੱਕ ਚੈਲੰਜ ਹੁੰਦਾ ਹੈ। ਦੋ ਭਰਾ ਇਕੱਠੇ ਹੁੰਦੇ ਨੇ, ਇੱਕੋ ਕਲਚਰ ਵਿੱਚ ਗਰੋ ਅਪ ਹੋਏ ਹੁੰਦੇ ਨੇ, ਤੇ ਦੋਨਾਂ ਦੀਆਂ ਪਤਨੀਆਂ, ਘਰ ਦੀਆਂ ਨੂੰਹਾਂ ਅਲੱਗ-ਅਲੱਗ ਕਲਚਰ 'ਚੋਂ ਆਈਆਂ ਹੁੰਦੀਆਂ ਨੇ। ਹੋ ਸਕਦਾ ਹੈ ਇੱਕ ਭਰਾ ਤਰੱਕੀ ਕਰ ਜਾਵੇ, ਇੱਕ ਭਰਾ ਡਾਊਨ ਰਹਿ ਜਾਵੇ। ਕੋਈ ਪੈਰਾਮੀਟਰ ਨਹੀਂ ਹੈ। ਇਹ ਵੀ ਹੋ ਸਕਦਾ ਕਿ ਵੱਡਾ ਭਰਾ ਤਰੱਕੀ ਕਰ ਗਿਆ, ਛੋਟਾ ਡਾਊਨ ਰਹਿ ਗਿਆ। ਇਹ ਵੀ ਹੋ ਸਕਦਾ ਕਿ ਛੋਟਾ ਤਰੱਕੀ ਕਰ ਗਿਆ, ਵੱਡਾ ਡਾਊਨ ਹੋ ਗਿਆ। ਪਰ ਉਹ ਅਲੱਗ-ਅਲੱਗ ਕਲਚਰ 'ਚੋਂ ਆਈਆਂ ਹੋਈਆਂ ਨੂੰਹ ਰਾਣੀਆਂ ਦੂਸਰੇ ਦੀ ਤਰੱਕੀ ਨੂੰ ਦੇਖ ਕੇ ਅਗਰ ਤੇ ਖੁਸ਼ੀ ਮਹਿਸੂਸ ਕਰਨ ਪਰਿਵਾਰ ਦਾ ਮੈਂਬਰ ਹੈ, ਤੇ ਪਰਿਵਾਰ ਵਿੱਚ ਬਹੁਤ ਗੂੜੀ ਏਕਤਾ ਹੋਏਗੀ। ਆਖੋ ਵਾਹਿਗੁਰੂ। ਨਹੀਂ ਤਾਂ ਆਪ ਨੂੰ ਨਹੀਂ ਪਤਾ ਲੱਗੇਗਾ ਉਹਦੀ ਨਿੰਦਾ, ਨਫ਼ਰਤ, ਸਾੜਾ ਇਸ ਸੁਭਾਅ ਵਿੱਚ ਬੈਠੀ ਹੋਈ ਮਾਇਆ। ਆਖੋ ਵਾਹਿਗੁਰੂ। ਤੇ ਸਰਬ ਲੋਕ ਮਾਇਆ ਕੇ ਮੰਡਲ, ਇਹ ਜਿਹੜਾ ਸੁਭਾਅ ਹੈ ਨਾ, ਸੋਚ ਹੈ, ਸੋਚ ਸੁਭਾਅ ਦੀਆਂ ਕਮਜ਼ੋਰੀਆਂ ਦਾ ਮੰਡਲ ਹੈ, ਵਾਤਾਵਰਨ ਹੈ। ਗਿਰ ਗਿਰ ਪਰਤੇ ਧਰਨੀ, ਇਹਦੇ ਵਿੱਚ ਗਿਰਦੇ ਨੇ, ਗੁਣ ਚਲੇ ਜਾਂਦੇ ਨੇ, ਔਗਣ ਆ ਜਾਂਦੇ ਨੇ, ਸੁਭਾਅ ਸੋਚ ਗਿਰਦੀ ਜਾਂਦੀ ਹੈ, ਗਿਰਦੀ ਜਾਂਦੀ ਹੈ। ਰੱਬੀ ਮਾਰਗ ਦੀ ਸਮਝ ਨਹੀਂ ਲੱਗਦੀ, ਫਿਰ ਵਹਿਮਾਂ ਭਰਮਾਂ ਵਿੱਚ ਪੈ ਜਾਂਦੇ ਨੇ। ਜਿਸ ਘਰ ਵਿੱਚ ਨਫ਼ਰਤ ਹੋਏਗੀ, ਜਿਸ ਘਰ ਵਿੱਚ ਜੈਲਸ ਹੋਏਗੀ, ਉਹ ਘਰ ਕਦੀ ਤਰੱਕੀ ਨਹੀਂ ਕਰ ਸਕਦਾ। ਇਹ ਗੱਲ ਯਾਦ ਰੱਖਿਓ। ਜਿੰਨੀਆਂ ਮਰਜ਼ੀ ਕਮਾਈਆਂ ਕਰ ਲੈਣੀਆਂ, ਅਖੀਰ ਘਾਟੇ ਤੇ ਘਾਟਾ ਪਵੇਗਾ। ਉਹ ਵਹਿਮਾਂ ਭਰਮਾਂ ਵਿੱਚ ਪਵੇਗਾ, ਸਾਨੂੰ ਕਰਾ ਨਾ ਦਿੱਤਾ ਹੋਵੇ। ਖੁਦ ਨਫ਼ਰਤ ਹੁੰਦੀ ਹੈ ਆਪਣਿਆਂ ਨਾਲ, ਉਹਨਾਂ ਨੇ ਕੁਛ ਕਰਾ ਨਾ ਦਿੱਤਾ ਹੋਵੇ, ਇੱਦਾਂ ਨਾ ਹੋਵੇ, ਇੱਦਾਂ ਨਾ ਹੋਵੇ। ਅੰਦਰੋਂ ਡਰਪੋਕ, ਡਰ ਡਰ ਕੇ ਜਿਉਣਾ, ਉਹਦਾ ਅਸਰ ਬੱਚਿਆਂ 'ਤੇ ਐਸਾ ਪੈਂਦਾ ਹੈ। ਜਦੋਂ ਬੱਚੇ ਗਰੋ ਅਪ ਹੁੰਦੇ ਨੇ, ਉਹਦਾ ਜੋ ਨੁਕਸਾਨ ਹੁੰਦਾ ਹੈ, ਉਹ ਕਦੀ ਸੋਚਿਆ ਨਹੀਂ ਜਾ ਸਕਦਾ। ਇਸ ਲਈ ਸਤਿਗੁਰੂ ਜੀ ਕਹਿੰਦੇ ਇਸ ਤੋਂ ਬਚਣ ਦਾ ਤਰੀਕਾ ਗੁਰੂ ਦੇ ਉਪਦੇਸ਼ ਸਮਝਣੇ, ਗੁਰੂ ਦੇ ਉਪਦੇਸ਼ ਰਾਹੀਂ ਆਪਣੇ ਸੋਚ ਸੁਭਾਅ ਨੂੰ ਪਰਖਣਾ, ਤੇ ਆਪਣੇ ਸੋਚ ਨੂੰ, ਸੁਭਾਅ ਨੂੰ ਸੰਵਾਰਨਾ, ਸ਼ਿੰਗਾਰਨਾ, ਤੇ ਵਿਜ਼ਨ ਰੱਖਣਾ। ਗੁਰਮੁਖ ਸੁਭਾਅ ਵਾਲਾ ਜੀਵਨ, ਗੁਰਮਤ ਵਾਲੀ ਸੋਚ ਵਾਲਾ ਜੀਵਨ ਜਿਉਣਾ ਹੈ। ਗੁਰੂ ਦੇ ਲਈ, ਰੱਬ ਦੇ ਲਈ ਆਪਾ ਵਾਰਨਾ ਹੈ, ਤੇ ਪਰਉਪਕਾਰੀ ਜੀਵਨ ਜਿਉਣਾ ਹੈ। ਇਹ ਪ੍ਰੈਕਟੀਕਲ ਸਿੱਖਿਆਵਾਂ ਸਤਿਗੁਰਾਂ ਸਿਖਾਈਆਂ। ਜਿਹੜੇ ਲੋਕ ਧਰਮ ਨੂੰ ਪ੍ਰੈਕਟੀਕਲ ਨਹੀਂ ਮੰਨਦੇ, ਕੇਵਲ ਧਰਮ ਦੇ ਕਰਮਾਂ ਨੂੰ ਹੀ ਧਰਮ ਮੰਨਦੇ ਨੇ, ਉਹ ਵੀ ਆਪਣੇ ਅੰਦਰਲੀ ਸੁਭਾਵਿਕ ਸੋਚ ਦੀਆਂ ਕਮਜ਼ੋਰੀਆਂ ਵਿੱਚ ਉਲਝ ਜਾਂਦੇ ਨੇ। ਸ਼ਾਸਤ ਸਿਮਰਤ ਵੇਦ ਵਿਚਾਰੇ, ਮਹਾਂਪੁਰਖ ਨੇ ਉਹ ਕਹਿਆ। ਸਤਿਗੁਰੂ ਜੀ ਕਹਿੰਦੇ ਭਾਈ, ਸ਼ਾਸਤ ਸਿਮਰਤ ਵੇਦ, ਜਿੰਨੇ ਧਾਰਮਿਕ ਗ੍ਰੰਥ ਨੇ ਨਾ, ਉਹਨਾਂ ਨੂੰ ਜੇ ਕਿਸੇ ਨੇ ਕੰਸਟਰਕਟਿਵ ਤੌਰ 'ਤੇ ਮਹਾਂਪੁਰਖਾਂ ਨੇ ਉਸ ਦੀ ਵਿਚਾਰ ਕੀਤੀ, ਤਾਂ ਉਹਨਾਂ ਨੇ ਵੀ ਇਹੀ ਗੱਲਾਂ ਕਹੀਆਂ, ਬਿਨ ਹਰ ਭਜਨ ਨਹੀਂ ਨਿਸਤਾਰਾ, ਸੁਖ ਨਾ ਕਿਨਹੂ ਲਹਿਆ। ਵੀ ਰੱਬ ਦੇ ਭਜਨ ਤੋਂ ਬਿਨਾਂ ਆਤਮਿਕ ਸੁੱਖ ਨਹੀਂ ਮਿਲ ਸਕਦਾ, ਇਹਨਾਂ ਆਦਤਾਂ ਤੋਂ ਭਾਰਤ ਨਿਸਤਾਰਾ ਨਹੀਂ ਹੋ ਸਕਦਾ। ਪਰ ਰੱਬ ਦਾ ਜੋ ਭਜਨ ਹੈ, ਜੋ ਬੰਦਗੀ ਹੈ, ਇਹਦੀ ਵਿਆਖਿਆ ਜੋ ਗੁਰੂ ਪਾਤਸ਼ਾਹ ਨੇ ਦਿੱਤੀ, ਉਹ ਬਾਕਮਾਲ ਹੈ। ਹਰ ਵੇਲੇ, ਹਰ ਪਲ ਦੁਨੀਆ ਦੇ ਧਰਮ ਵੱਖ-ਵੱਖ ਸਮੇਂ ਦਿੰਦੇ ਸੀ। ਇਸ ਸਮੇਂ 'ਤੇ ਬੰਦਗੀ ਕਰ ਲੈ, ਇਸ ਸਮੇਂ 'ਤੇ ਬੰਦਗੀ ਕਰ ਲੈ, ਇਸ ਸਮੇਂ 'ਤੇ ਬੰਦਗੀ ਕਰ ਲੈ। ਗੁਰੂ ਪਾਤਸ਼ਾਹ ਨੇ ਉਹ ਮਾਡਲ ਕੰਡੈਮ ਕਰ ਦਿੱਤੇ ਵੀ ਹਰ ਪਲ, ਹਰ ਛਿਨ ਰੱਬੀ ਉਪਦੇਸ਼ ਆਪਣੇ ਸੋਚ ਸੁਭਾਅ 'ਤੇ ਲਾਗੂ ਕਰਕੇ ਰੱਬ ਦੀ ਭੈ ਭਾਵਨੀ ਵਿੱਚ
ਹਰ ਵੇਲੇ ਜਿਉਣਾ ਹੈ। ਆਖੋ ਵਾਹਿਗੁਰੂ। ਸਤਿਗੁਰੂ ਜੀ ਅੱਗੇ ਫਿਰ ਸੁਭਾਵਿਕ ਕਮਜ਼ੋਰੀਆਂ ਦੱਸ ਰਹੇ ਨੇ। ਤੀਨ ਭਵਨ ਕੀ ਲਖਮੀ ਜੋਰੀ ਬੂਝਤ ਨਾਹੀ ਲਹਿਰੇ। ਤਿੰਨ ਭਵਨਾਂ ਦੀ ਭਾਵ ਦੁਨੀਆ ਦੀ ਸਭ ਵੱਧ ਤੋਂ ਵੱਧ ਤੂੰ ਭਾਵੇਂ ਮਾਇਆ ਇਕੱਠੀ ਕਰ ਲੈ, ਜਿਹਨੂੰ ਆਪਾਂ ਕਹਿੰਦੇ ਹਾਂ ਦੁਨੀਆ ਦੇ ਵਿੱਚੋਂ ਇੱਕ ਨੰਬਰ ਦਾ ਅਮੀਰ ਹੋ ਜਾਣਾ। ਸਤਿਗੁਰੂ ਕਹਿੰਦੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁਝਦੀ ਨਹੀਂ। ਕਿ ਜਿਹੜਾ ਇੱਕ ਨੰਬਰ ਦੇ ਉੱਪਰ ਅਮੀਰ ਬਣ ਜਾਵੇ, ਦੁਨੀਆ ਤੇ ਸਭ ਤੋਂ ਵੱਡਾ ਅਮੀਰ, ਤਿੰਨਾਂ ਭਵਨਾਂ ਦੀ ਲక్ష్ਮੀ ਜੋੜ ਲਈ ਉਹਨੇ। ਕੀ ਉਹਨੇ ਯਤਨ ਛੱਡੇਗਾ? ਕਿਉਂ ਨਹੀਂ? ਉਹਦਾ ਕਾਰਨ, ਕਿਉਂਕਿ ਉਹਨੇ ਉਨੇ ਖਰਚੇ ਵਧਾ ਲਏ, ਉਹਦੀ ਉਲਝਣ ਤਾਣੀ ਓਡੀ ਵੱਡੀ ਹੋ ਗਈ, ਅੱਗੇ ਨਹੀਂ ਵਧੇਗਾ, ਚੁਗਾ ਚੌੜ ਹੋ ਜਾਏਗਾ। ਇਸ ਲਈ ਸਤਿਗੁਰੂ ਜੀ ਕਹਿੰਦੇ ਇਹ ਜਿਹੜੀ ਅੰਦਰਲੀ ਤ੍ਰਿਸ਼ਨਾ, ਲੋਭ ਦੀ ਪਿਆਸ ਹੈ ਨਾ, ਜਿੰਨੀ ਮਰਜ਼ੀ ਵਧਾ ਲਵੇ, ਇਹਨੂੰ ਜਿੰਨੀ ਮਰਜ਼ੀ ਪ੍ਰਾਪਤੀਆਂ ਦੀ ਖੁਰਾਕ ਦੇ ਲਵੇ, ਇਹ ਐਸੀ ਅੱਗ ਹੈ ਜਿਹੜੀ ਬੁਝਦੀ ਨਹੀਂ। ਇਹ ਐਸਾ ਖੂਹ ਹੈ ਜਿਹੜਾ ਕਦੀ ਭਰਦਾ ਹੀ ਨਹੀਂ। ਆਖੋ ਵਾਹਿਗੁਰੂ। ਬਿਨ ਹਰ ਭਗਤ ਕਹਾਂ ਥਿਤ ਪਾਵੈ, ਫਿਰ ਤੋਂ ਪਹਿਰੇ ਪਹਿਰੇ। ਹਰੀ ਦੀ ਭਗਤੀ, ਰੱਬ ਦੇ ਉਪਦੇਸ਼ ਨੂੰ ਸੋਚ ਸੁਭਾਅ ਤੇ ਲਾਗੂ ਕਰਨਾ, ਫਿਰ ਹਰ ਵਰਤਾਰੇ ਵਿੱਚੋਂ ਰੱਬ ਨੂੰ ਸੱਚੇ ਗਿਆਨ ਦੇ ਰੂਪ ਵਿੱਚ ਦਿਸਦਾਰ ਕਰਨੇ, ਹਰ ਵਰਤਾਰੇ ਵਿੱਚੋਂ ਰੱਬ ਦੇ ਨਿਜ਼ਮ ਨੂੰ ਸਮਝ ਕੇ ਉਹਦੀ ਭੈ ਭਾਵਨੀ ਵਿੱਚ ਜਿਉਣਾ, ਹਰ ਦਾਤ ਨੂੰ ਰੱਬ ਦੀਆਂ ਦਾਤਾਂ ਸਮਝ ਕੇ ਸ਼ੁਕਰਾਨੇ ਵਿੱਚ ਜਿਉਣਾ, ਰੱਬ ਦੇ ਗੁਣਾਂ ਵਾਲਾ ਜੀਵਨ ਜਿਉਣਾ, ਰੱਬ ਦੇ ਲਈ, ਗੁਰੂ ਦੇ ਲਈ ਆਪਾ ਵਾਰ ਦੇਣਾ, ਮਨੁੱਖਤਾ ਦੀ ਸੇਵਾ, ਸਮਾਜ ਦੀ ਸੇਵਾ, ਕੌਮ ਦੀ ਸੇਵਾ ਕਰਨੀ, ਇਹ ਗੁਰਮਤਿ ਅਨੁਸਾਰ ਭਗਤੀ ਸਿਖਾਈ। ਸਤਿਗੁਰੂ ਜੀ ਕਹਿੰਦੇ ਇਹਦੇ ਤੋਂ ਬਿਨਾਂ ਮਨ ਨੂੰ ਪੱਕਾ ਟਿਕਾਣਾ ਕੋਈ ਨਹੀਂ। ਬਿਨ ਹਰ ਭਗਤ ਕਹਾਂ ਥਿਤ ਪਾਵੈ, ਥਿਤ ਟਿਕਾਣਾ। ਫਿਰ ਤੋਂ ਪਹਿਰੇ ਪਹਿਰੇ, ਪਹਿਰੇ ਪਹਿਰੇ, ਹਰ ਪਹਿਰ, ਹਰ ਪਲ ਇਹ ਮਨ ਦੁਨਿਆਵੀ ਪ੍ਰਾਪਤੀਆਂ ਲਈ ਭੱਜਿਆ ਫਿਰੇਗਾ, ਜਿੰਨਾ ਚਿਰ ਇਹਨੂੰ ਅਸਲੀ ਮਾਰਗ ਤੇ ਤੁਰਨ ਦੀ ਸੰਤੁਸ਼ਟੀ ਨਹੀਂ ਆਉਂਦੀ। ਆਖੋ ਵਾਹਿਗੁਰੂ। ਅਨੇਕ ਬਿਲਾਸ ਕਰਤ ਮਨ ਮੋਹਨ, ਪੂਰਨ ਹੋਤ ਨਾ ਕਾਮਾ। ਇਹ ਫਿਰ ਬੜੀਆਂ ਖੁਸ਼ੀਆਂ, ਰੰਗ ਤਮਾਸ਼ੇ, ਆਪਣੇ ਚਾਰ ਚਫੇਰੇ ਇਕੱਠੇ ਕਰਦਾ ਹੈ, ਜਿਹਨੂੰ ਫੈਸਿਲਿਟੀ, ਲਗਜ਼ਰੀ ਕਹਿੰਦੇ ਹਾਂ। ਉਹਦੇ ਵਿੱਚ ਮਨ ਮੋਹਿਆ ਹੁੰਦਾ ਹੈ। ਇਹਦੀ ਜ਼ਿੰਦਗੀ ਦੀ ਨਾ ਤਾਂ ਇੱਛਾ ਪੂਰੀ ਹੁੰਦੀ ਹੈ, ਨਾ ਉਹਨਾਂ ਇੱਛਾਵਾਂ ਪੂਰਤੀ ਕਰਕੇ ਸੰਤੁਸ਼ਟ ਹੁੰਦਾ ਹੈ, ਤੇ ਨਾ ਜੀਵਨ ਸਫਲ ਕਰ ਸਕਦਾ ਹੈ। ਨਤੀਜਾ ਕੀ ਹੁੰਦਾ ਹੈ? ਜਲ ਤੋ ਕਬਹੂ ਨਾ ਬੂਝਤ, ਸਗਲ ਬਿਰਥੇ ਬਿਨ ਨਾਮਾ। ਅੰਦਰ ਤ੍ਰਿਸ਼ਨਾ ਦੀ, ਲੋਭ ਲਾਲਚ ਦੀ ਅੱਗ ਜਲਦੀ ਰਹਿੰਦੀ ਹੈ, ਸੜਦੀ ਰਹਿੰਦੀ ਹੈ, ਇਹਦੇ ਗੁਣ ਸੜਦੇ ਨੇ। ਆਤਮਿਕ ਜੀਵਨ ਵਾਲੇ ਪਾਸੇ ਜਾਣ ਵਾਸਤੇ ਇਹਨੂੰ ਤੁਰਨਾ ਔਖਾ ਹੁੰਦਾ ਹੈ, ਕਿਉਂਕਿ ਇਹਨੇ ਰੱਬ ਦੇ ਗਿਆਨ ਰੂਪੀ ਨਾਮ ਨੂੰ ਸਮਝਿਆ ਨਹੀਂ, ਬੁੱਝਿਆ ਨਹੀਂ। ਕਿ ਉਸ ਨਾਮ ਤੋਂ ਬਿਨਾਂ, ਉਸ ਉਪਦੇਸ਼ ਤੋਂ ਬਿਨਾਂ ਇਹ ਵਿਅਰਥ ਜੀਵਨ ਗਵਾ ਰਿਹਾ ਹੁੰਦਾ ਹੈ। ਹਰ ਕਾ ਨਾਮ ਜਪੋ ਮੇਰੇ ਮੀਤਾ, ਇਹ ਹੈ ਸਾਰ ਸੁਖ ਪੂਰਾ। ਭਾਈ, ਹਰੀ ਦਾ ਨਾਮ ਜਪੋ ਮੇਰੇ ਮਿੱਤਰ ਪਿਆਰਿਓ, ਇਹ ਅਸਲੀ ਤੱਤ ਸਾਰ ਹੈ ਜ਼ਿੰਦਗੀ ਦਾ। ਇਹਦੇ ਚੋਂ ਆਤਮਿਕ ਸੁੱਖ ਮਿਲਦਾ ਹੈ। ਤੇ ਉਹ ਨਾਮ ਜਪਣ ਦਾ ਤਰੀਕਾ ਕੀ ਹੈ? ਸਾਧ ਸੰਗਤ ਜਨਮ ਮਰਨ ਨਿਵਾਰੈ, ਨਾਨਕ ਜਨ ਕੀ ਧੂਰਾ। ਗੁਰੂ ਦੀ ਸੰਗਤ ਵਿੱਚੋਂ, ਗੁਰੂ ਦੇ ਉਪਦੇਸ਼ ਦੀ ਸੰਗਤ ਕਰਕੇ, ਭਾਵ ਉਪਦੇਸ਼ ਨੂੰ ਮੰਨ ਕੇ ਤੇਰੇ ਅੰਦਰ ਜਿਹੜਾ ਜਨਮ ਮਰਨ ਹੋ ਰਿਹਾ ਨਾ, ਆਪਾਂ ਸਾਰੇ ਇੱਕ ਗੱਲ ਝਾਤੀ ਮਾਰੀਏ, ਸਾਨੂੰ ਐਕਸੈਪਟ ਕਰਨਾ ਪਵੇਗਾ। ਜਦੋਂ ਅਸੀਂ ਕਿਸੇ ਦੀ ਨਿੰਦਾ ਕਰਦੇ ਹਾਂ, ਇਹ ਸਾਡਾ ਉਹਦੇ ਪ੍ਰਤੀ ਪਿਆਰ ਜਿਹੜਾ ਨਾ ਅੰਦਰੋਂ ਮਰ ਰਿਹਾ। ਆਖੋ ਵਾਹਿਗੁਰੂ। ਇਹ ਉਹਦੇ ਪ੍ਰਤੀ ਨਫ਼ਰਤ ਜਨਮ ਲੈ ਰਹੀ ਹੈ। ਜਿੰਨੇ ਵਾਰੀ ਨਿੰਦਾ ਕਰਾਂਗੇ, ਜਿੰਨੇ ਵਾਰੀ ਨਿੰਦਾ ਸੁਣਾਂਗੇ, ਸੁਣਦੇ ਸੁਣਦੇ, ਕਰਦੇ ਕਰਦੇ ਅੰਦਰ ਪਿਆਰ ਮਰ ਜਾਏਗਾ, ਨਫ਼ਰਤ ਜਨਮ ਲੈ ਲਏਗੀ, ਰਿਸ਼ਤਾ ਟੁੱਟ ਜਾਏਗਾ। ਆਖੋ ਵਾਹਿਗੁਰੂ। ਆ ਜਨਮ ਮਰਨ ਹੈ ਅੰਦਰ। ਲੋਭ ਲਾਲਚ ਦੇ ਵਿੱਚ ਸਬਰ ਸੰਤੋਖ ਮਰ ਜਾਂਦਾ ਹੈ। ਵਿਕਾਰਾਂ ਦਾ ਜਨਮ ਹੁੰਦਾ ਹੈ, ਗੁਣਾਂ ਦੀ ਮੌਤ ਹੁੰਦੀ ਹੈ। ਗੁਣ ਮਰ ਜਾਂਦੇ ਨੇ, ਔਗਣ ਜਨਮ ਲੈ ਲੈਂਦੇ ਨੇ। ਗੁਰੂ ਦੇ ਉਪਦੇਸ਼ ਰਾਹੀਂ
ਸੋਚ ਸੁਭਾਉ ਨੂੰ ਪੜਚੋਲਣਾ ਹੈ, ਸੰਵਾਰਨਾ ਹੈ ਤੇ ਇਹ ਜਨਮ ਮਰਨ ਨਿਵਾਰਨਾ ਹੈ। ਇਹ ਨਾਮ ਜਪਣ ਦਾ ਤਰੀਕਾ ਦੱਸ ਰਹੇ ਨੇ। ਤੇ ਅਗਲੀ ਬਾਤ, ਨਾਨਕ ਜਨ ਕੀ ਧੂਰਾ, ਤੇ ਜਿਹੜੇ ਰੱਬ ਦੇ ਸੇਵਕ ਨੇ, ਗੁਰੂ ਦੇ ਪਿਆਰੇ ਨੇ, ਉਹਨਾਂ ਦੇ ਗੁਣਾਂ ਨੂੰ ਫੋਕਸ ਕਰ, ਉਹਨਾਂ ਦੇ ਗੁਣਾਂ ਦਾ ਪ੍ਰਭਾਵ ਪੈ ਜਾਵੇ ਤੇ ਤੂੰ ਵੀ ਉਹ ਗੁਣ ਵਰਤਣੇ ਸ਼ੁਰੂ ਕਰੇ। ਇਹਨੂੰ ਕਹਿੰਦੇ ਜਨ ਕੀ ਧੂੜਾ, ਸੇਵਕਾਂ ਦੀ ਚੰਨ ਧੂੜੀ। ਬਹੁਤ ਐਸੇ ਹੋਣਗੇ, ਹਰ ਸ਼ਹਿਰ ਵਿੱਚ ਹੋਣਗੇ, ਜਿਹੜੇ ਕੌਮ ਲਈ ਪਰਉਪਕਾਰ ਕਰਦੇ ਨੇ ਔਰ ਆਪਾ ਵਾਰ ਕੇ ਕਰਦੇ ਨੇ। ਹਰ ਇੱਕ ਤੋਂ ਨਹੀਂ ਹੁੰਦਾ, ਬਖਸ਼ਿਸ਼ ਤੋਂ ਬਿਨਾਂ ਨਹੀਂ ਹੁੰਦਾ। ਫਿਰ ਅਸੀਂ ਵੀ ਬਖਸ਼ਿਸ਼ ਮੰਗਣੀ ਹੈ, ਅਸੀਂ ਵੀ ਉਹ ਪਰਉਪਕਾਰ ਦਾ ਜਜ਼ਬਾ ਮੰਗਣਾ ਹੈ, ਅਸੀਂ ਵੀ ਉਹ ਲਗਨ ਮੰਗਣੀ ਹੈ। ਬਹੁਤ ਐਸੇ ਨੇ ਜਿਹੜੇ ਗੁਣਾਂ ਦੇ ਪੱਖ ਤੇ ਸਾਡੇ ਤੋਂ ਅੱਗੇ ਨੇ। ਜੇ ਅਸੀਂ ਹਰ ਇੱਕ ਵਿੱਚੋਂ ਗੁਣ ਦੇਖਾਂਗੇ ਨਾ, ਫਿਰ ਹਰ ਇੱਕ ਦੇ ਗੁਣ ਦਾ ਪ੍ਰਭਾਵ ਸਾਡੇ ਤੇ ਪਵੇਗਾ। ਉਹ ਚੰਨ ਧੂੜੀ ਹੈ। ਇਹ ਜਪਣ ਦੇ ਦੋ ਤਰੀਕੇ ਦੱਸ ਦਿੱਤੇ। ਆਖੋ ਵਾਹਿਗੁਰੂ। ਗੌੜੀ ਮਾਲਾ ਮਹੱਲਾ ਪੰਜਵਾਂ। ਗੌੜੀ ਮਾਲਾ ਕਿਸਮ ਹੈ, ਗੌੜੀ ਮਾਲਾ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ। ਮੋਕੋ ਇਹ ਬਿਦ ਕੋ ਸਮਝਾਵੋ। ਸਤਿਗੁਰੂ ਜੀ ਕਹਿੰਦੇ ਮੈਨੂੰ ਕੋਈ ਇਹ ਵਿਧੀ ਦੱਸੇ, ਇਹ ਤਰੀਕਾ ਦੱਸੇ ਕੋਈ। ਇਹ ਤਰੀਕਾ ਮੈਨੂੰ ਕੌਣ ਸਮਝਾਵੇ। ਮੋਕੋ ਇਹ ਵਿਦ ਕੋ ਸਮਝਾਵੇ, ਕੌਣ ਸਮਝਾਵੇ। ਕਰਤਾ ਹੋਏ ਜਨਾਵੈ ਰਹਾਓ। ਸੈਂਟਰਲ ਆਈਡੀਆ ਹੈ, ਜਿਹੜਾ ਕਰਤੇ ਦਾ ਰੂਪ ਹੋ ਗਿਆ ਹੋਵੇ, ਉਹਦੇ 'ਚ ਇੱਕਮਿਕ ਹੋ ਗਿਆ ਹੋਵੇ, ਰੱਬ ਦੇ ਪਿਆਰ ਵਿੱਚ ਭਿੱਜ ਕੇ ਰੱਬ ਦਾ ਰੂਪ ਹੋ ਗਿਆ ਹੋਵੇ, ਰੱਬ ਨੂੰ ਹਰ ਵਰਤਾਰੇ ਵਿੱਚੋਂ ਸੱਚੇ ਗਿਆਨ ਦੇ ਰੂਪ ਵਿੱਚ ਦੇਖਿਆ ਤੇ ਉਸ ਗਿਆਨ ਦਾ ਹੀ ਰੂਪ ਹੋ ਗਿਆ ਹੋਵੇ। ਰੱਬ ਨੂੰ ਗੁਣਾਂ ਦੇ ਰੂਪ ਵਿੱਚ ਦੇਖਿਆ ਤੇ ਗੁਣਾਂ ਦਾ ਹੀ ਰੂਪ ਹੋ ਗਿਆ ਹੋਵੇ। ਉਹ ਕੌਣ ਹੈ? ਉਹ ਗੁਰੂ ਸਾਹਿਬ ਨੇ। ਆਖੋ ਵਾਹਿਗੁਰੂ। ਅਨਜਾਨਤ ਕਿਛ ਇਨਹਿ ਕਮਾਨੋ, ਜਪ ਤਪ ਕਛੂ ਨਾ ਸਾਧਾ। ਸਤਿਗੁਰੂ ਜੀ ਕਹਿੰਦੇ ਜਿਹੜੇ ਦੁਨੀਆ ਜਪ ਤਪ ਆਦਿਕ ਦੱਸਦੀ ਹੈ, ਮੈਂ ਇਸ ਤੋਂ ਅਣਜਾਣ ਹਾਂ। ਇਹ ਦੁਨੀਆ ਦੀਆਂ ਧਾਰਮਿਕ ਸਾਧਨਾ, ਤਾਂ ਇੱਦਾਂ ਕਰ ਲਓ, ਆਹ ਕਰਮ ਕਰ ਲਓ, ਮੈਂ ਇਸ ਤੋਂ ਅਣਜਾਣ ਹਾਂ। ਮੈਂ ਇਸ ਪਾਸੇ ਪੈਣਾ ਨਹੀਂ ਚਾਹੁੰਦਾ। ਦਹਿ ਦਿਸ ਲੈ ਇਹ ਮਨ ਦੁਹਰਾਇਓ, ਕਵਨ ਕਰਮ ਕਰ ਬਾਂਧਾ। ਜਦੋਂ ਮਨ ਅਣਜਾਣ ਹੋ ਜਾਂਦਾ ਹੈ, ਇਆਣਾ ਹੋ ਜਾਂਦਾ ਹੈ, ਅਗਿਆਨਤਾ ਵਿੱਚ ਹੁੰਦਾ ਹੈ, ਇਹਨੂੰ ਗੁਰਮਤ ਅਨੁਸਾਰ ਜਪ ਕੀ ਹੈ, ਗੁਰਮਤ ਅਨੁਸਾਰ ਤਪ ਕੀ ਹੈ, ਗੁਰਮਤ ਅਨੁਸਾਰ ਸਾਧਨਾ ਕੀ ਹੈ, ਇਹਨੂੰ ਸਮਝ ਨਹੀਂ ਲੱਗਦੀ। ਇਹਦਾ ਮਨ ਜਿਹੜਾ ਨਾ, ਦਹਿ ਦਿਸ ਦੁਹਰਾਇਓ। ਬੰਦਾ ਆਪਣੀ ਜ਼ਿੰਦਗੀ ਦੇ 24 ਘੰਟਿਆਂ ਦੀ ਪੜਚੋਲ ਕਰ ਲਵੇ ਨਾ, ਜਿਹਨੂੰ ਗੁਰੂ ਪਾਤਸ਼ਾਹ ਨੇ ਕਿਹਾ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਤੈਨੂੰ ਪਤਾ ਲੱਗੇਗਾ ਮੇਰਾ ਮਨ ਅੱਜ 24 ਘੰਟਿਆਂ ਵਿੱਚ ਨਿੰਦਾ ਵਿੱਚ ਵੀ ਦੌਰਾ ਲਾਇਆ ਆ। ਪਤਾ ਨਹੀਂ ਕਿੰਨਿਆਂ ਦੇ ਔਗਣ ਵੀ ਦੇਖਿਆ ਆ, ਕਮਜ਼ੋਰੀਆਂ ਬਹੁਤ ਛੇਤੀ ਦੇਖਦਾ। ਦੇਖਣਾ ਰੋਜ਼ਾਨਾ ਦੀ ਜ਼ਿੰਦਗੀ, ਰੋਜ਼ਮਰਾ ਦੀ ਜ਼ਿੰਦਗੀ, ਡੇਲੀ ਲਾਈਫ ਦੇ ਵਿੱਚ ਮਨ ਕਿੱਧਰ ਕਿੱਧਰ ਜਾਂਦਾ ਪਿਆ। ਦਹਿ ਦਿਸ ਦੁਹਰਾਇਓ। ਫਿਰ ਜਦੋਂ ਕਿਸੇ ਦਾ ਔਗਣ ਦੇਖਿਆ, ਦੋ ਤਰੀਕੇ ਨੇ, ਨੋਟ ਕਰਿਓ। ਕਿਸੇ ਦਾ ਔਗਣ ਦੇਖਿਆ, ਮਨ 'ਚ ਇਹ ਵੀ ਖਿਆਲ ਤੇ ਆ ਸਕਦਾ ਉਹਦੇ ਲਈ ਅਰਦਾਸ ਕਰ ਦਈਏ। ਮਨ ਇਹ ਵੀ ਖਿਆਲ ਆ ਸਕਦਾ ਉਹਦੇ ਨਾਲ ਗੱਲ ਕਰੀਏ, ਕੋਸ਼ਿਸ਼ ਕਰੀਏ ਜੇ ਸਮਝ ਆਵੇ ਤਾਂ। ਤੇ ਮਨ ਵਿੱਚ ਇਹ ਵੀ ਖਿਆਲ ਆ ਸਕਦਾ ਵੀ ਜੇ ਨਹੀਂ ਸਮਝੇਗਾ, ਚਲੋ ਆਪਾਂ ਦੁਬਾਰੇ ਨਹੀਂ ਦੇਖਣਾ, ਅੱਜ ਤਾਂ ਫੋਕਸ ਹੋ ਗਿਆ, ਆਪਾਂ ਔਗਣ ਫੋਕਸ ਕਰਨਾ ਬੰਦ ਕਰੀਏ। ਇਹ ਮਨ ਦੇ ਕਰਮ ਨੇ, ਤਿੰਨ ਅਲੱਗ-ਅਲੱਗ ਕਰਮ। ਤੇ ਚੌਥਾ ਕਰਮ ਹੈ ਕਿ ਉਹਦੀ ਚਰਚਾ ਕਰਨੀ, ਉਹਦੀ ਪਿੱਠ ਪਿੱਛੇ ਚਰਚਾ ਕਰਨੀ, ਉਹਨੂੰ ਘਟੀਆ ਸਮਝ ਲੈਣਾ। ਇੱਕ ਆ ਵੀ ਕਰਮ ਹੈ। ਇਹ ਮਨ ਇਦਾਂ ਦੌਰੇ ਲਾਉਂਦਾ ਹੈ ਤੇ ਕਵਨ ਕਰਮ ਕਰ ਬਾਂਧਾ। ਇਹ ਜਿਹੜੇ ਕਰਮ ਕਰਦਾ ਹੈ, ਉਹਨਾਂ ਆਦਤਾਂ ਵਿੱਚ ਐਸਾ ਵੱਜਦਾ ਹੈ, ਇਹਨੂੰ ਪਤਾ ਹੀ ਨਹੀਂ ਲੱਗਦਾ ਇਹ ਨਿੱਤ ਦੌਰਾ ਲਾ ਆਉਂਦਾ। ਆਖੋ ਵਾਹਿਗੁਰੂ। ਮਨ ਤਨ ਧਨ ਭੂਮਿਕਾ ਠਾਕੁਰ, ਔ ਇਸ ਕਾ ਇਹ ਮੇਰਾ। ਇਹ ਫਿਰ ਮਨ ਕਹਿੰਦਾ ਹੈ, ਮਨ ਤਨ ਤੇ ਧਨ ਜਿਹੜੀ ਭੂਮੀ ਹੈ ਨਾ, ਸਰੀਰ ਹੈ, ਦੁਨਿਆਵੀ ਪ੍ਰਾਪਤੀਆਂ ਨੇ, ਪੈਸਾ, ਪ੍ਰੋਪਰਟੀ, ਜ਼ਮੀਨ, ਮੈਂ ਇਹਦਾ ਮਾਲਕ ਹਾਂ। ਇਹ ਮੇਰਾ ਹੈ ਤੇ ਮੈਂ ਇਹਦਾ ਮਾਲਕ ਹਾਂ। ਹਉ ਇਸਕਾ ਇਹ ਮੇਰਾ, ਭਰਮ ਮੋਹ ਕੇ ਸੂਜਸ ਨਾਹੀ, ਇਹ ਪੈਖਰ ਪਏ ਪੈਰਾ। ਇਹਨੂੰ ਪਤਾ ਨਹੀਂ
ਆ ਜਿਹੜਾ ਮੈਂ ਮੇਰੀ ਵਿੱਚ ਸੈਲਫਿਸ਼ ਹੋ ਗਿਆ ਨਾ, ਦੁਨਿਆਵੀ ਪ੍ਰਾਪਤੀਆਂ ਦੀ ਉਲਝਣ ਤਾਣੀ ਜਿਹੜੀ ਲੋਭ ਤ੍ਰਿਸ਼ਨਾ ਦੇ ਇੱਥੇ ਗੱਲ ਯਾਦ ਰੱਖਿਓ, ਪਰਿਵਾਰ ਨੂੰ ਪਾਲਣ ਲਈ, ਬੱਚਿਆਂ ਨੂੰ ਪਾਲਣ ਲਈ ਜਿਹੜੇ ਯਤਨ ਕਰਨੇ ਨੇ, ਇਹ ਕੰਪਲਸਰੀ ਹੈ, ਇਹ ਤਾਂ ਜ਼ਰੂਰੀ ਹੈ, ਕਰਨੇ ਪੈਣਗੇ। ਫਿਰ ਤਰੱਕੀ ਕਰ ਲੈਣੀ, ਇਹ ਵੀ ਕੋਈ ਬਹੁਤੀ ਕੁਛ ਮਾੜਾ ਨਹੀਂ ਇਹਦੇ 'ਚ, ਤਰੱਕੀ ਕਰ ਲੈਣੀ। ਪਰ ਉਸ ਤਰੱਕੀ ਵਿੱਚ ਪੈ ਕੇ ਇਤਨਾ ਲੋਭ ਲਾਲਚ ਕਰ ਲੈਣਾ ਕਿ ਪਰਿਵਾਰ ਲਈ ਵੀ ਟਾਈਮ ਨਾ ਕੱਢਣਾ, ਬੱਚਿਆਂ ਲਈ ਵੀ ਟਾਈਮ ਨਾ ਕੱਢਣਾ, ਗੁਰੂ ਲਈ ਵੀ ਟਾਈਮ ਨਾ ਕੱਢਣਾ, ਫਿਰ ਇਹ ਉਲਝਣ ਤਾਣੀ ਬਣ ਗਈ। ਇਹ ਕੀ ਬਣ ਗਿਆ? ਭਰਮ। ਐਸਾ ਮੋਹ ਪੈ ਗਿਆ, ਭਰਮ ਮੋਹ ਕਛ ਸੂਝਸ ਨਾਹੀ। ਇਹਨੂੰ ਜੋ ਕਰਨ ਵਾਲਾ ਉਹ ਸੁਝਦਾ ਹੀ ਨਹੀਂ। ਇਹ ਪੈਖਰ ਪਏ ਪੈਰਾ, ਪੈਖਰ ਪਸ਼ੂਆਂ ਦੇ ਪੈਰਾਂ ਦੇ ਵਿੱਚ ਇੱਕ ਬੰਨ੍ਹ ਦਿੰਦੇ ਸੀ, ਲੰਬਾ ਡੰਡਾ ਕਹਿ ਦਿੰਦੇ ਸੀ ਉਹਨੂੰ, ਡੰਜ ਵੀ ਕਹਿ ਦਿੰਦੇ ਸੀ। ਉਹ ਪੈਖਰ ਹੁੰਦਾ ਸੀ ਤਾਂ ਕਿ ਉਹ ਭੱਜੇ ਨਾ। ਸਤਿਗੁਰੂ ਕਹਿੰਦੇ ਤੇਰੇ ਸੁਭਾਅ ਨੂੰ, ਤੇਰੀ ਸੋਚ ਨੂੰ ਪੈਖਰ ਪੈ ਗਿਆ। ਬੰਨ੍ਹ ਲਿਆ ਪਿਆਰਿਆ, ਜਿਸ ਪਾਸੇ ਤੁਰਨਾ ਹੈ ਨਾ, ਉਧਰ ਨਹੀਂ ਤੇਰੇ ਤੋਂ ਤੁਰਿਆ ਜਾ ਰਿਹਾ। ਤਬੇ ਕਹਾਂ ਕਮਾਵਨ ਭਰਿਆ, ਜਬੇ ਕਛ ਨਾ ਹੋਤਾ। ਸੋਚ ਕੇ ਦੇਖ, ਜਦੋਂ ਇਹ ਮਨ ਦੇ ਵਿੱਚ ਵਿਚਾਰ ਹੀ ਨਹੀਂ ਸੀ ਉੱਠੇ, ਖਿਆਲ ਹੀ ਨਹੀਂ ਸੀ ਉੱਠੇ, ਉਦੋਂ ਮਨ ਦੀ ਕੋਈ ਕਮਾਈ ਵੀ ਨਹੀਂ ਸੀ। ਮਾਤਾ ਦੇ ਗਰਭ ਵਿੱਚ ਸਿਆਣੇ ਦੱਸਦੇ ਨੇ, ਅੱਜ ਦੇ ਮਨੁੱਖ ਦੀ ਰਿਸਰਚ ਦੱਸਦੀ ਹੈ ਕਿ 5ਵੇਂ ਮਹੀਨੇ ਜਾਂ 6ਵੇਂ ਮਹੀਨੇ ਇਹਦੇ ਅੰਦਰ ਵਿਚਾਰ ਉੱਠਣੇ ਸ਼ੁਰੂ ਹੁੰਦੇ ਨੇ, ਪਰ ਸ਼ੁੱਧ ਹੁੰਦੇ ਨੇ, ਕੋਈ ਉਹਦੇ 'ਚ ਹੰਕਾਰ, ਨਫ਼ਰਤ ਆਦਿਕ ਨਹੀਂ ਹੁੰਦਾ, ਵਿਚਾਰ ਉੱਠਦੇ ਨੇ। ਉਸ ਤੋਂ ਪਹਿਲਾਂ ਕੇਵਲ ਜੋਤ ਹੁੰਦੀ ਹੈ। ਤਾਂ ਜਦੋਂ ਇਹ ਮਨ ਦੇ ਅੰਦਰ ਵਿਚਾਰ ਹੀ ਨਹੀਂ ਉੱਠਣੇ ਸ਼ੁਰੂ ਹੋਏ ਤਾਂ ਇਹਨਾਂ ਮਨ ਨੇ ਕਰਮ ਹੀ ਨਹੀਂ ਕੀਤਾ ਉਸ ਵੇਲੇ ਕੁਝ। ਫਿਰ ਇਹ ਬਚਪਨ 'ਚ ਆਉਂਦਾ ਹੈ। ਬਚਪਨ ਦੇ ਵਿੱਚ ਇਹਨੂੰ ਮਾਤਾ ਪਿਤਾ ਦੀ ਸੋਝੀ, ਦੁੱਧ ਚੁੰਘਣਾ ਹੈ, ਉਸ ਤਰ੍ਹਾਂ ਦਾ ਹੈ। ਹਲੇ ਇਹਦੇ ਅੰਦਰ ਵਿਕਾਰ ਪੈਦਾ ਨਹੀਂ ਹੁੰਦੇ। ਜਿੰਨਾ ਚਿਰ ਵਿਕਾਰ ਪੈਦਾ ਨਹੀਂ ਹੁੰਦੇ ਨੇ, ਕਰਮ ਨਹੀਂ ਕੀਤਾ, ਤਬ ਇਹ ਕਹਾਂ ਕਮਾਵਨ ਭਰਿਆ, ਜਬੇ ਕਛੂ ਨਾ ਹੋਤਾ। ਇਹਨੇ ਕੋਈ ਇਸ ਤਰ੍ਹਾਂ ਦੀ ਆਦਤਾਂ ਦੀ ਕਮਾਈ ਨਹੀਂ ਕੀਤੀ। ਜਬ ਏਕ ਨਿਰੰਜਨ ਨਿਰੰਕਾਰ ਪ੍ਰਭ ਸਭ ਕੁਛ ਆਪੈ ਕਰਤਾ। ਤੇ ਉਸ ਵੇਲੇ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਨਿਜ਼ਮ ਚੱਲਦਾ ਸੀ, ਉਹਦੇ ਨਿਜ਼ਮ ਅਨੁਸਾਰ ਆਟੋਮੈਟਿਕਲੀ ਇਹਦਾ ਜੀਵਨ ਚੱਲ ਰਿਹਾ ਸੀ। ਪਰ ਜਿਉਂ-ਜਿਉਂ ਇਹਨੂੰ ਸੋਝੀ ਹੋਈ, ਇਹ ਨਿਜ਼ਮ ਨੂੰ ਵੀ ਇਗਨੋਰ ਕਰਦਾ ਗਿਆ, ਅੰਦਰ ਤ੍ਰਿਸ਼ਨਾ ਜਾਗਦੀ ਗਈ, ਮਨ ਉਲਝਦਾ ਗਿਆ। ਉਲਝਦੇ ਉਲਝਦੇ ਆਪਣੇ ਕਰਤਵ ਆਪੇ ਜਾਣੈ, ਜਿਨਹਿ ਰਚਨ ਰਚਾਇਆ। ਫਿਰ ਇਹ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਭੁਲਾਉਂਦਾ ਗਿਆ। ਉਹਦੇ ਰੱਬੀ ਗਿਆਨ ਨੂੰ ਪ੍ਰਾਪਤ ਕਰਨਾ, ਗੁਣਾਂ ਨੂੰ ਪ੍ਰਾਪਤ ਕਰਨਾ, ਉਹਦੇ ਲਈ ਯਤਨਸ਼ੀਲ ਨਾ ਹੋ ਸਕਿਆ ਮਨ। ਜਿਸ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਇਹ ਕੌਤਕ ਕੀਤਾ ਹੈ, ਸਾਰਾ ਖੇਲ ਬਣਾਇਆ, ਨਿਜ਼ਮ ਬਣਾਇਆ, ਉਹ ਆਪ ਹੀ ਉਹਨੇ ਰਚਨਾ ਰਚੀ ਹੈ ਤੇ ਆਪ ਹੀ ਉਹ ਜਾਣਦੇ ਨੇ। ਕਹੋ ਨਾਨਕ ਕਰਨ ਹਾਰ ਹੈ ਆਪੇ, ਸਤਿਗੁਰ ਭਰਮ ਚੁਕਾਇਆ। ਤੇ ਸਤਿਗੁਰ ਸਰੂਪ ਗੁਰੂ ਦੀ ਆਵਾਜ਼, ਗੁਰੂ ਦੇ ਉਪਦੇਸ਼ ਜਦੋਂ ਮਨ ਸਮਝੇਗਾ, ਮੰਨੇਗਾ, ਪ੍ਰੈਕਟੀਕਲ ਜਿਵੇਗਾ, ਫਿਰ ਇਹਦਾ ਭਰਮ ਦੂਰ ਹੋ ਜਾਏਗਾ ਕਿ ਆਦਤਾਂ ਆਪ ਸਹੇੜੀਆਂ ਨੇ। ਮਨ ਦੀ ਦਿਸ਼ਾ ਆਪ ਚੂਜ਼ ਕੀਤੀ, ਆਪ ਪਿਕ ਕੀਤੀ ਹੈ। ਉਲਝਣ ਤਾਣੀ ਆਪ ਬੁਣੀ ਹੋਈ ਹੈ ਤੇ ਇਸ ਤੋਂ ਬਚਣ ਦਾ ਯਤਨ ਵੀ ਆਪ ਹੀ ਕਰਨਾ ਪਵੇਗਾ। ਉਹ ਯਤਨ ਗੁਰੂ ਤੋਂ ਸਿੱਖਣ ਦਾ ਸ਼ੁਰੂ ਕਰ, ਗੁਰੂ ਨੇ ਸਿਖਾਉਣਾ ਸ਼ੁਰੂ ਕਰ ਦੇਣਾ। ਆਖੋ ਤੂੰ ਮੰਨਣ ਦੀ ਭਾਵਨਾ ਬਣਾ, ਗੁਰੂ ਨੇ ਖਜ਼ਾਨਾ ਹਿਰਦੇ ਵਿੱਚ, ਮੱਤ ਵਿੱਚ ਰੱਖਣਾ ਸ਼ੁਰੂ ਕਰ ਦੇਣਾ। ਸਤਿਗੁਰੂ ਕਿਰਪਾ ਕਰਨ, ਸਾਡੇ ਸਾਰਿਆਂ ਤੇ ਰਹਿਮਤਾਂ ਵਾਪਰਨ, ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।